ਗੁੱਡ ਮਾਰਨਿੰਗ ਸਟੂਡੈਂਟ। ਅੱਜ ਆਪਾਂ ਗੱਲ ਕਰਾਂਗੇ ਵਾਰ, ਕਨਸੈਪਟ, ਓਰੀਜਨ ਐਂਡ ਹਿਸਟਰੀ। ਭਾਵ ਜੰਗ, ਉਸ ਦਾ ਮੀਨਿੰਗ, ਡੈਫੀਨੇਸ਼ਨ, ਉਸ ਦੀ ਉਤਪਤੀ ਅਤੇ ਹਿਸਟਰੀ ਮਤਲਬ ਕਿ ਇਤਿਹਾਸ। ਜੰਗ ਦੇ ਵਿਕਾਸ ਅਤੇ ਭਵਿੱਖ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ ਸਾਡੇ ਲਈ ਇਸ ਨੂੰ ਪਰਿਭਾਸ਼ਿਤ ਕਰਨਾ ਬਹੁਤ ਹੀ ਜ਼ਰੂਰੀ ਹੈ। ਮਨੁੱਖ ਜਾਤੀ ਦੇ ਜਨਮ ਦੇ ਨਾਲ ਹੀ ਜੰਗ ਦਾ ਵੀ ਜਨਮ ਹੋਇਆ। ਭਾਵ ਕਿ ਜਿੰਨਾ ਪੁਰਾਣਾ ਮਨੁੱਖ ਹੈ ਓਨਾ ਹੀ ਪੁਰਾਣਾ ਜੰਗ ਦਾ ਇਤਿਹਾਸ। ਮਨੁੱਖੀ ਜਾਤੀ ਦੀ ਉਤਪਤੀ ਜਾਨਵਰਾਂ ਤੋਂ ਹੋਈ ਹੈ, ਇਸ ਲਈ ਜੰਗ ਸ਼ਾਇਦ ਸਾਨੂੰ ਮਨੋਵਿਗਿਆਨਿਕ ਵਿਰਸੇ ਦੇ ਰੂਪ ਵਿੱਚ ਪ੍ਰਾਪਤ ਹੋਈ ਹੈ। ਇਹ ਗੱਲ ਅਸੀਂ ਨਿਸੰਕੋਚ ਕਹਿ ਸਕਦੇ ਹਾਂ ਕਿ ਜੰਗ ਦਾ ਭਵਿੱਖ ਵੀ ਮਨੁੱਖ ਜਾਤੀ ਦੇ ਭਵਿੱਖ ਜਿੰਨਾ ਹੀ ਲੰਬਾ ਹੈ। ਜੰਗ, ਜਿਸ ਦਾ ਅਯੋਕਾ ਭਿਆਨਕ ਰੂਪ ਵਰਣਨ ਤੋਂ ਬਾਹਰ ਹੈ, ਬੜੇ ਹੀ ਨਿਮਾਣੇ ਤੇ ਸਾਦੇ ਢੰਗ ਨਾਲ ਆਰੰਭ ਹੋਇਆ। ਜਦੋਂ ਭੋਜਨ ਦੀ ਭੁੱਖ ਤੋਂ ਉਕਸਾਏ ਤਕੜੇ ਮਨੁੱਖ ਨੇ ਕਮਜ਼ੋਰ ਦੇ ਤੋਂ ਭੋਜਨ ਖੋਣ ਲਈ ਹੱਥਾਂ, ਬਾਹਾਂ, ਪੈਰਾਂ ਦੀ ਸ਼ਕਤੀ ਦੀ ਵਰਤੋਂ ਕੀਤੀ ਤਾਂ ਇਸ ਨਾਲ ਜੰਗ ਦੀ ਸ਼ੁਰੂਆਤ ਹੋਈ। ਕਮਜ਼ੋਰ ਮਨੁੱਖ ਨੇ ਮਜਬੂਰ ਹੋ ਕੇ ਆਪਣੀਆਂ ਸੁਰੱਖਿਆ ਲਈ ਦੰਦਾਂ, ਪੱਥਰਾਂ, ਹੱਡੀਆਂ ਆਦਿ ਦੀ ਸਹਾਇਤਾ ਲਈ ਤਾਂ ਉਸ ਨਾਲ ਜੰਗ ਲਈ ਹਥਿਆਰ ਦਾ ਅਵਿਸ਼ਕਾਰ ਹੋਇਆ। ਸ਼ੁਰੂ ਵਿੱਚ ਮਨੁੱਖ ਆਪਸ ਵਿੱਚ ਇਕੱਲੇ ਲੜਦੇ ਸਨ। ਬਾਅਦ ਵਿੱਚ ਉਹਨਾਂ ਦੇ ਦਲ, ਫਰੀਕੇ, ਜਾਤੀਆਂ ਬਣਾ ਕੇ ਆਪਸ ਵਿੱਚ ਲੜਾਈ ਸ਼ੁਰੂ ਕਰ ਦਿੱਤੀ। ਜਿਵੇਂ ਜੰਗ ਦਾ ਵਿਕਾਸ ਹੁੰਦਾ ਗਿਆ, ਉਸੇ ਤਰ੍ਹਾਂ ਲੜਨ ਦੇ ਢੰਗ ਵਿੱਚ ਵੀ ਉੱਨਤੀ ਹੁੰਦੀ ਗਈ। ਮਨੁੱਖ ਨੇ ਆਪਣੀ ਸੁਰੱਖਿਆ ਲਈ ਖਾਸ ਪ੍ਰਕਾਰ ਦੇ ਹਥਿਆਰ ਦਾ ਨਿਰਮਾਣ ਸ਼ੁਰੂ ਕਰ ਦਿੱਤੇ, ਜਿਵੇਂ ਤੀਰ ਕਮਾਨ, ਤਲਵਾਰਾਂ, ਬਰਛੇ, ਭਾਲੇ ਆਦਿ। ਜਦੋਂ ਮਨੁੱਖੀ ਸ਼ਕਤੀ ਦੇ ਹਥਿਆਰਾਂ ਦੀ ਸ਼ਕਤੀ ਨੂੰ ਇਕੱਠੀ ਕਰਕੇ ਵਰਤੋਂ ਵਿੱਚ ਲਿਆਂਦਾ ਗਿਆ ਤਾਂ ਜੰਗੀ ਚਾਲਾਂ ਦਾ ਵਿਕਾਸ ਹੋਇਆ। ਸੋ ਹੁਣ ਆਪਾਂ ਜੰਗ ਦੀ ਪਰਿਭਾਸ਼ਾ ਮੀਨਸ ਡੈਫੀਨੇਸ਼ਨ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਜੰਗ ਦੀ ਪਰਿਭਾਸ਼ਾ ਵੱਖ-ਵੱਖ ਹੈ। ਸਿਪਾਹੀ ਦੇ ਅਨੁਸਾਰ ਜੰਗ ਇੱਕ ਖੇਡ ਹੈ। ਪੋਲੀਟੀਸ਼ੀਅਨ, ਰਾਜਨੀਤੀਵਾਨ ਦੇ ਅਨੁਸਾਰ ਜੰਗ ਉਦੇਸ਼ਾਂ ਦੀ ਪ੍ਰਾਪਤੀ ਲਈ ਇੱਕ ਸਾਧਨ ਹੈ। ਕਾਨੂੰਨ ਦੇ ਪੱਖੋਂ ਇਹ ਇੱਕ ਕਾਨੂੰਨੀ ਹਾਲਤ ਹੈ, ਪਰ ਫਿਰ ਵੀ ਸਮੇਂ-ਸਮੇਂ 'ਤੇ ਸੁਰੱਖਿਆ ਅਧਿਐਨ ਦੇ ਚਾਹੁੰਦੇ ਹੋ ਤਾਂ ਜੰਗ ਨੂੰ ਸਮਝੋ। ਅਸੀਂ ਆਖ ਸਕਦੇ ਹਾਂ ਕਿ ਜੰਗ ਦੇ ਦੋ ਪਹਿਲੂ ਹਨ। ਇੱਕ ਪਾਸੇ ਇਸ ਦਾ ਲਾਭ ਹੈ ਕਿਉਂਕਿ ਜ਼ੁਲਮ ਸਹਿਣਾ ਵੀ ਇੱਕ ਕਾਇਰਤਾ ਹੈ। ਜੰਗ ਦੀ ਮਦਦ ਨਾਲ ਹੀ ਜ਼ੁਲਮ ਅਤੇ ਬੇਇਨਸਾਫੀ ਦਾ ਮੁਕਾਬਲਾ ਕੀਤਾ ਜਾਂਦਾ ਹੈ। ਪਰ ਦੂਜੇ ਪਾਸੇ ਜਦੋਂ ਇਸ ਦੀ ਗਲਤ ਵਰਤੋਂ ਹੁੰਦੀ ਹੈ ਤਾਂ ਇਸ ਨਾਲ ਬਹੁਤ ਨੁਕਸਾਨ ਹੁੰਦਾ ਹੈ। ਹੀਰੋਸ਼ੀਮਾ, ਨਾਗਾਸਾਕੀ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਮੌਜੂਦ ਹਨ, ਜਦੋਂ ਲੱਖਾਂ ਲੋਕ ਮਰੇ ਗਏ ਸਨ ਅਤੇ ਲੱਖਾਂ ਹੀ ਬੇਘਰ ਹੋ ਗਏ ਸਨ। ਇਸੇ ਲਈ ਕੁਝ ਵਿਦਵਾਨਾਂ ਨੇ ਜੰਗ ਬਾਰੇ ਅਲੱਗ-ਅਲੱਗ ਪਰਿਭਾਸ਼ਾਵਾਂ ਦਿੱਤੀਆਂ ਹਨ, ਜਿਵੇਂ ਕਿ ਕਲੌਜ਼ਵਿਟ ਨੇ ਠੀਕ ਹੀ ਕਿਹਾ ਹੈ, ਰਾਸ਼ਟਰੀ ਨੀਤੀ ਇੱਕ ਅਜਿਹੀ ਕੁੱਖ ਹੈ ਜਿਸ ਵਿੱਚੋਂ ਜੰਗ ਜਨਮ ਲੈਂਦੀ ਹੈ। ਇਸੇ ਤਰ੍ਹਾਂ ਪਾਮਰ ਐਂਡ ਪਰਕਿੰਸ ਉਹ ਵੀ ਲਿਖਦੇ ਹਨ, ਜੰਗ ਦੇ ਦਰਵਾਜ਼ੇ ਉਦੋਂ ਤੱਕ ਬੰਦ ਨਹੀਂ ਕੀਤੇ ਜਾ ਸਕਦੇ ਜਦੋਂ ਤੱਕ ਕਿ ਬੇਇਨਸਾਫੀ ਦੇ ਦਰਵਾਜ਼ੇ ਬੰਦ ਨਹੀਂ ਹੋਣਗੇ। ਅਤੇ ਉਸ ਤੋਂ ਅੱਗੇ ਉਪਨਿਆਂ ਅਨੁਸਾਰ ਉਹ ਲਿਖਦੇ ਹਨ, ਜੰਗ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਦਰਮਿਆਨ ਝਗੜਾ ਹੁੰਦਾ ਹੈ, ਜਿਸ ਦਾ ਮਹੱਤਵ ਇੱਕ ਦੂਜੇ ਦੇਸ਼ ਉੱਪਰ ਫੌਜੀ ਦਬਾਅ ਪਾ ਕੇ ਸ਼ਾਂਤੀ ਦੀ ਵਿਵਸਥਾ ਲਈ ਅਜਿਹੀਆਂ ਸ਼ਰਤਾਂ ਲਾਗੂ ਕਰਵਾਉਣਾ ਹੈ ਜੋ ਜਿੱਤਣ ਵਾਲੇ ਦੇਸ਼ ਦੀ ਮਰਜ਼ੀ ਅਨੁਸਾਰ ਹੋਣ। ਇਸੇ ਤਰ੍ਹਾਂ ਜੰਗ ਬਾਰੇ ਅਲੱਗ-ਅਲੱਗ ਵਿਦਵਾਨਾਂ ਨੇ ਆਪਣੀਆਂ ਅਲੱਗ-ਅਲੱਗ ਪਰਿਭਾਸ਼ਾਵਾਂ ਦੇ ਕੇ ਸਮਝਾਇਆ ਹੈ। ਇਸ ਦਾ ਰੂਪ ਬਦਲਦਾ ਹੀ ਰਹਿੰਦਾ ਹੈ। ਇਸੇ ਤਰ੍ਹਾਂ ਕਲੌਜ਼ਵਿਟਸ ਵੀ ਠੀਕ ਹੀ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਰਾਸ਼ਟਰੀ ਨੀਤੀ ਇੱਕ ਅਜਿਹੀ ਕੁੱਖ ਹੈ ਜਿਸ ਵਿੱਚੋਂ ਜੰਗ ਜਨਮਦੀ ਹੈ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇਸ ਨੂੰ ਮਨੁੱਖ ਜਾਤੀ ਦੀ ਉਤਪਤੀ, ਵਿਕਾਸ ਅਤੇ ਵਰਤਮਾਨ ਤੋਂ ਅਲੱਗ ਕਰਨਾ ਲਗਭਗ ਅਸੰਭਵ ਹੀ ਹੈ। ਇਸ ਦਾ ਰੂਪ ਬਦਲਦਾ ਹੀ ਰਹਿੰਦਾ ਹੈ, ਪਰ ਇਸ ਦਾ ਆਧਾਰ ਤੇ ਮੰਤਵ ਲਗਭਗ ਅੱਜ ਉਹੀ ਹਨ ਜੋ ਆਦਿ ਕਾਲ ਦੇ ਦਿਨਾਂ ਵਿੱਚ ਸਨ। ਹੁਣ ਆਪਾਂ ਗੱਲ ਕਰਾਂਗੇ ਜੰਗ ਦੀ ਉਤਪਤੀ। ਜੰਗ ਦੀ ਉਤਪਤੀ ਤੋਂ ਪਹਿਲਾਂ ਜੰਗ ਦਾ ਭਵਿੱਖ ਜਾਣਨਾ ਵੀ ਬਹੁਤ ਜ਼ਰੂਰੀ ਹੈ। ਦ ਫਿਊਚਰ ਆਫ ਵਾਰ। ਜੰਗ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ। ਸੰਸਾਰ ਵਿੱਚ ਨਵੀਨ ਤੋਂ ਨਵੀਨ ਦੇ ਕਿਸਮ ਦੇ ਹਥਿਆਰ ਬਣ ਰਹੇ ਹਨ। ਛੋਟੇ ਤੋਂ ਛੋਟਾ ਦੇਸ਼ ਵੀ ਆਪਣੀ ਸਮਰੱਥਾ ਤੋਂ ਵੱਧ ਹਥਿਆਰ ਉੱਤੇ ਪੈਸਾ ਖਰਚ ਕਰ ਰਿਹਾ ਹੈ।
ਪਾਕਿਸਤਾਨ ਵਰਗੇ ਛੋਟੇ ਦੇਸ਼ਾਂ ਨੇ ਇਹ ਨਾਅਰੇ ਲਗਾਏ ਹਨ ਕਿ ਉਹ ਘਾਹ ਖਾ ਕੇ ਗੁਜ਼ਾਰਾ ਕਰ ਲੈਣਗੇ ਪਰ ਪਰਮਾਣੂ ਬੰਬ ਜ਼ਰੂਰ ਬਣਾਉਣਗੇ। ਸੰਸਾਰ ਵਿੱਚ 2 ਵਿਸ਼ਵ ਯੁੱਧ ਹੋ ਚੁੱਕੇ ਹਨ ਅਤੇ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਵੀ ਹੋ ਸਕਦੀ ਹੈ। ਦੂਜੇ ਮਹਾਯੁੱਧ ਤੋਂ ਬਾਅਦ ਰੂਸ ਅਤੇ ਅਮਰੀਕਾ ਸੰਸਾਰ ਦੀਆਂ ਮਹਾਸ਼ਕਤੀਆਂ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈਆਂ। ਸੰਸਾਰ 2 ਧੜਿਆਂ ਵਿੱਚ ਵੰਡ ਗਿਆ ਹੈ। ਸੰਸਾਰ ਵਿੱਚ ਹਥਿਆਰਾਂ ਦੀ ਦੌੜ ਹੋਰ ਵੀ ਤੇਜ਼ ਹੋ ਗਈ। ਖਤਰਨਾਕ ਤੋਂ ਖਤਰਨਾਕ ਹਥਿਆਰ ਹੋਂਦ ਵਿੱਚ ਆ ਚੁੱਕੇ ਹਨ। ਡਾਕਟਰ ਐਲਬਰਟ ਆਇਨਸਟਾਈਨ ਉਹ ਕਹਿੰਦੇ ਹਨ ਕਿ ਮੈਨੂੰ ਇਹ ਤਾਂ ਨਹੀਂ ਪਤਾ ਕਿ ਤੀਸਰਾ ਮਹਾਯੁੱਧ ਕਿਹੜੇ ਹਥਿਆਰਾਂ ਨਾਲ ਲੜਿਆ ਜਾਵੇਗਾ, ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਚੌਥਾ ਮਹਾਯੁੱਧ ਡੰਡਿਆਂ ਅਤੇ ਪੱਥਰਾਂ ਨਾਲ ਹੀ ਲੜਿਆ ਜਾਵੇਗਾ। ਸੰਸਾਰ ਵਿੱਚ ਲੜਾਈਆਂ ਨੂੰ ਰੋਕਣ ਲਈ ਅਤੇ ਹਥਿਆਰ ਵਿੱਚ ਕਟੌਤੀ ਕਰਨ ਲਈ ਕਈ ਸੰਧੀਆਂ ਕੀਤੀਆਂ ਗਈਆਂ ਹਨ, ਜਿਵੇਂ ਕਿ NPT, CTBT, SALT, START ਆਦਿ, ਪਰ ਇਹਨਾਂ ਨੂੰ ਪੂਰੀ ਤਰ੍ਹਾਂ ਸਫਲਤਾ ਪ੍ਰਾਪਤ ਨਾ ਹੋਈ। ਇਸ ਕਰਕੇ ਪਾਮਨ ਐਂਡ ਪਰਕਿਸ ਠੀਕ ਹੀ ਲਿਖਦੇ ਹਨ, ਜੰਗ ਦੇ ਦਰਵਾਜ਼ੇ ਉਦੋਂ ਤੱਕ ਬੰਦ ਨਹੀਂ ਕੀਤੇ ਜਾ ਸਕਦੇ ਜਦੋਂ ਤੱਕ ਕਿ ਬੇਇਨਸਾਫੀ ਦੇ ਦਰਵਾਜ਼ੇ ਬੰਦ ਨਹੀਂ ਹੋਣਗੇ। ਕੋਈ ਵੀ ਰਾਸ਼ਟਰ ਜੰਗ ਨੂੰ ਨੀਤੀ ਦੇ ਹਥਿਆਰ ਵਜੋਂ ਇਸ ਦਾ ਤਿਆਗ ਨਹੀਂ ਕਰ ਸਕਦਾ। ਇਸ ਦਾ ਤਾਂ ਇੱਕ ਹੱਲ ਹੈ ਕਿ ਵਿਨਾਸ਼ਕਾਰੀ ਹਥਿਆਰਾਂ ਉੱਤੇ ਰੋਕ ਲਗਾ ਕੇ ਇਸ ਦੇ ਭਿਆਨਕ ਰੂਪ ਉੱਤੇ ਥੋੜ੍ਹਾ ਬਹੁਤ ਕੰਟਰੋਲ ਕੀਤਾ ਜਾ ਸਕੇ। ਸੰਸਾਰ ਦੇ ਸਾਰੇ ਦੇਸ਼ਾਂ ਨੂੰ ਮਿਲ ਕੇ ਯਤਨ ਕਰਨਾ ਚਾਹੀਦਾ ਹੈ ਕਿ ਅੰਤਰਰਾਸ਼ਟਰੀ ਸ਼ਾਂਤੀ ਬਣਾਏ ਰੱਖਣ ਲਈ ਹਥਿਆਰਬੰਦੀ ਨੂੰ ਉਤਸ਼ਾਹ ਕੀਤਾ ਜਾਵੇ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਕਾਨੂੰਨ ਬਣਾਏ ਜਾਣ ਅਤੇ ਜੋ ਇਹਨਾਂ ਦੀ ਪਾਲਣਾ ਨਾ ਕਰੇ ਉਹਨਾਂ ਦੇਸ਼ਾਂ ਦਾ ਬਾਈਕਾਟ ਕੀਤਾ ਜਾਵੇ। ਹੁਣ ਅੱਗੇ ਆਪਾਂ ਗੱਲ ਕਰਾਂਗੇ ਦਾ ਓਰੀਜਨ ਆਫ ਵਾਰ ਮੀਨਸ ਜੰਗ ਦੀ ਉਤਪਤੀ। ਜਿਸ ਤਰ੍ਹਾਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਜੰਗ ਦੀ ਉਤਪਤੀ ਆਦਿ ਕਾਲ ਦੇ ਸਮੇਂ ਤੋਂ ਹੀ ਹੋਈ ਹੈ। ਜਦੋਂ ਤੋਂ ਮਨੁੱਖ ਇਸ ਧਰਤੀ ਉੱਤੇ ਹੋਂਦ ਵਿੱਚ ਆਇਆ ਹੈ ਉਸ ਸਮੇਂ ਤੋਂ ਹੀ ਜੰਗੀ ਚਾਲਾਂ ਚਲਦੀ ਆ ਰਹੀਆਂ ਹਨ। 1960 ਦੇ ਸਰਵੇਖਣ ਅਨੁਸਾਰ ਮਨੁੱਖ ਨੇ 5560 ਸਾਲਾਂ ਵਿੱਚ 41,351 ਜੰਗਾਂ ਲੜੀਆਂ ਹਨ ਅਤੇ ਮਨੁੱਖ ਦੀਆਂ ਲਗਭਗ 185 ਪੀੜ੍ਹੀਆਂ ਗੁਜ਼ਰ ਚੁੱਕੀਆਂ ਹਨ, ਪਰ ਇਹ ਸਭ ਜੰਗਾਂ ਵਿੱਚੋਂ ਹੀ ਉਲਝਦੀਆਂ ਰਹੀਆਂ। ਇੱਕ ਅੰਦਾਜ਼ੇ ਅਨੁਸਾਰ ਸਿਰਫ 10 ਪੀੜ੍ਹੀਆਂ ਨੇ ਹੀ ਸ਼ਾਂਤੀ ਵਿੱਚ ਆਪਣਾ ਜੀਵਨ ਗੁਜ਼ਾਰਿਆ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਮਾਨਵ ਇਤਿਹਾਸ ਵਿੱਚ ਅਜਿਹਾ ਘੱਟ ਹੀ ਸਮਾਂ ਹੈ ਜਦੋਂ ਜੰਗਾਂ ਨਾ ਹੋਈਆਂ ਹੋਣ, ਸਗੋਂ ਇਹਨਾਂ ਵਿੱਚ ਲਗਾਤਾਰ ਵਾਧਾ ਹੀ ਹੋ ਰਿਹਾ ਹੈ। ਜਿਵੇਂ ਜਿਵੇਂ ਮਨੁੱਖ ਨੂੰ ਮਾਨਸਿਕ ਤੌਰ 'ਤੇ ਸੋਝੀ ਆਉਂਦੀ ਗਈ ਉਸੇ ਤਰ੍ਹਾਂ ਜੰਗਾਂ ਦਾ ਵਿਕਾਸ ਹੁੰਦਾ ਗਿਆ। ਪਹਿਲਾਂ ਮਨੁੱਖ ਹੱਥਾਂ ਪੈਰਾਂ ਦੰਦਾਂ ਆਦਿ ਦੀ ਮਦਦ ਨਾਲ ਲੜਦਾ ਸੀ, ਫਿਰ ਉਸਨੇ ਇੱਟਾਂ ਪੱਥਰਾਂ ਦਾ ਪ੍ਰਯੋਗ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਖੇਤੀਬਾੜੀ ਕਰਨ ਵਾਲੇ ਔਜ਼ਾਰਾਂ ਨੂੰ ਹਥਿਆਰਾਂ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਣ ਲੱਗ ਪਿਆ। ਲੜਨ ਵਿੱਚ ਵਿਸ਼ੇਸ਼ ਕਿਸਮ ਦੇ ਹਥਿਆਰ ਜਿਵੇਂ ਭਾਲੇ, ਬਰਛੇ, ਤੀਰ ਕਮਾਨ ਆਦਿ ਹੋਂਦ ਵਿੱਚ ਆਏ। ਰੋਜ਼ਨ ਬੇਕਨ ਨੇ ਬਾਰੂਦ ਦੀ ਕਾਢ ਕੱਢੀ, ਜਿਸ ਨਾਲ ਜੰਗਾਂ ਵਿੱਚ ਤੋਪਖਾਨੇ ਦੀ ਵਰਤੋਂ ਸ਼ੁਰੂ ਹੋ ਗਈ। ਬਾਰੂਦ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜੰਗਾਂ ਜ਼ਿਆਦਾ ਵਿਨਾਸ਼ਕਾਰੀ ਬਣ ਗਈਆਂ। ਉਦਯੋਗਿਕ ਕ੍ਰਾਂਤੀ ਆਉਣ ਤੋਂ ਬਾਅਦ ਸੰਸਾਰ ਦੇ ਉਨਤ ਦੇਸ਼ਾਂ ਨੇ ਨਵੀਨ ਕਿਸਮ ਦੇ ਹਥਿਆਰ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਜੰਗਾਂ ਕਈ ਪੜਾਵਾਂ ਵਿੱਚੋਂ ਗੁਜ਼ਰਦੀ ਅਤੇ ਨਾ ਕੇਵਲ ਹਥਿਆਰਾਂ ਵਿੱਚ ਤਬਦੀਲੀਆਂ ਆਉਂਦੀਆਂ ਰਹੀਆਂ, ਸਗੋਂ ਸਮੇਂ-ਸਮੇਂ ਉੱਤੇ ਲੜਨ ਦੇ ਢੰਗਾਂ, ਜੰਗੀ ਚਾਲਾਂ ਵਿੱਚ ਵੀ ਕਈ ਪਰਿਵਰਤਨ ਆਏ। ਜੰਗ ਦੇ ਇਸ ਪਿਛੋਕੜ ਅਤੇ ਉਸ ਦੀ ਉਤਪਤੀ ਦੇ ਪੜਾਵਾਂ ਨੂੰ ਜਾਣਨ ਲਈ ਜੰਗਾਂ ਨੂੰ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ ਨੰਬਰ 1 ਐਨੀਮਲ ਵਾਰਫੇਅਰ 1415 to 1648, ਜਿਸ ਨੂੰ ਪੰਜਾਬੀ ਵਿੱਚ ਪਸ਼ੂਆਂ ਦੀ ਯੁੱਧ ਕਲਾ ਵੀ ਕਿਹਾ ਜਾਂਦਾ ਹੈ। ਸੈਕਿੰਡ ਪਰਮਿਟਿਵ ਵਾਰਫੇਅਰ 1648 to 1789, ਜਿਸ ਨੂੰ ਪ੍ਰਾਚੀਨ ਯੁੱਧ ਕਲਾ ਵੀ ਕਿਹਾ ਜਾਂਦਾ ਹੈ। ਨੈਕਸਟ ਹਿਸਟੋਰੀਕਲ ਵਾਰਫੇਅਰ 1789 to 1940, ਜਿਸ ਨੂੰ ਇਤਿਹਾਸਿਕ ਯੁੱਧ ਕਲਾ ਕਿਹਾ ਜਾਂਦਾ ਹੈ। ਐਂਡ ਦ ਨੈਕਸਟ ਮਾਡਰਨ ਵਾਰਫੇਅਰ 1914 to till date, ਮੀਨਸ ਇਸ ਨੂੰ ਆਧੁਨਿਕ ਯੁੱਧ ਕਲਾ ਦਾ ਨਾਮ ਵੀ ਦਿੱਤਾ ਜਾਂਦਾ ਹੈ। ਥੈਂਕ ਯੂ।